ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਾਪ ਸਾਹਿਬ ਉਪਰਾਲਾ 2020 ਲਰਨਿੰਗ ਬ੍ਰੈਸਕਿਸ ਵਿੱਚ ਭਾਗ 23 ਦੀ ਵਾਰੀ ਹੈ ਜੀ। ਗੁਰੂ ਸਾਹਿਬ ਸਿਰ ਤੇ ਮੇਰ ਭਰੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲੈਣ। ਆਓ ਸਭ ਤੋਂ ਪਹਿਲਾਂ ਉਚਾਰਨ ਵੱਲ ਧਿਆਨ ਦਈਏ ਜੀ। ਜਿਵੇਂ ਕਿ ਆਪ ਜੀ ਨੂੰ ਪਤਾ ਹੋਏਗਾ, ਭਾਗ 22 ਵਿੱਚ ਅਸੀਂ ਮਧੁਪਾਲ ਚੰਦ ਦਾ ਪ੍ਰਸਾਦ ਜਿਹੜਾ ਹੈ ਉਹਦੀ ਸ਼ੁਰੂਆਤ ਕੀਤੀ ਸੀਗੀ ਤੇ 165 ਛੰਦ ਤੱਕ ਆਪਾਂ ਕਰ ਲਿਆ ਸੀਗਾ। ਤੇ ਹੁਣ ਆਪਾਂ 166 ਛੰਦ ਤੋਂ ਸ਼ੁਰੂ ਕਰਨਾ ਹੈ। ਤੇ ਆਓ ਉਚਾਰਨ ਵੱਲ ਧਿਆਨ ਦਈਏ ਜੀ। ਅਨਭਵ ਅਨਾਸ ਤ੍ਰਿਤ ਧਰ ਤੁਰਾਸ ਆਜਾਨ ਵਾਹ ਏਕੈ ਸਦਾ ਓੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅੰਚਿਜ ਗਾਤ ਆਜਿਜ ਨਾ ਬਾਤ ਅੰਚੰਜ ਗਾਤ ਅਨਰੰਜ ਬਾਤ ਅਨਟੁੱਟ ਪੰਡਾ ਅਨਠਟ ਅਪਾ ਆਡੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਅਨਭਵ ਅਨਾਸ। ਇਹ ਜਿਹੜਾ ਹੈ ਇਹ ਤੁਕ ਜਿਹੜੀ ਹੈ ਪਿਛਲੇ ਭਾਗ ਵਿੱਚ ਵੀ ਆਈ ਸੀਗੀ। ਅਨਭਵ ਕਹਿ ਸਕਦੇ ਹਾਂ ਜਿਹਨੂੰ ਕੋਈ ਭਵ ਨਹੀਂ ਹੈ। ਭਵ ਕੀ ਹੁੰਦਾ ਜੀ? ਜਨਮ ਮਰਨ ਦਾ ਗੇੜ, ਜੋ ਜਨਮ ਮਰਨ ਦੇ ਗੇੜ ਤੋਂ ਬਾਹਰ ਹੈ। ਅਨਭਵ ਅਨਾਸ ਜਿਹਨੂੰ ਕੋਈ ਨਾਸ ਨਹੀਂ ਕਰ ਸਕਦਾ। ਪਰਮਾਤਮਾ ਅਨਭਵ ਹੈ, ਜਨਮ ਮਰਨ ਦੇ ਗੇੜ ਤੋਂ ਬਾਹਰ ਹੈ ਤੇ ਅਨਾਸ ਹੈ, ਭਾਵ ਨਾਸ ਤੋਂ ਰਹਿਤ ਹੈ। ਪਰਮਾਤਮਾ ਨੂੰ ਕੋਈ ਨਾਸ ਨਹੀਂ ਕਰ ਸਕਦਾ। ਤ੍ਰਿਤ ਧਰ ਤੁਰਾਸ। ਤ੍ਰਿਤ ਦਾ ਅਰਥ ਹੈ ਧਰਤੀ। ਧਰ ਹੋ ਗਿਆ ਜਿਵੇਂ ਆਸਰਾ, ਧਰਤੀ ਦਾ ਆਸਰਾ। ਤ੍ਰਿਤ ਧਰ ਯਾਨੀ ਕਿ ਧਰਤੀ ਦਾ ਆਸਰਾ। ਜਿਹੜੇ ਇਹ ਦੋ ਸ਼ਬਦ ਅਸੀਂ ਮਿਲਾ ਲਾਂਗੇ, ਅਗਰ ਤ੍ਰਿਤ ਧਰ ਤੇ ਬਣ ਜਾਏਗਾ ਧਰਤੀ ਦਾ ਆਸਰਾ। ਤੇ ਤੁਰਾਸ ਕੀ ਹੋ ਗਿਆ ਜੀ? ਧੁਰ ਜਮਾ ਆਸ, ਭਾਵ ਕਹਿ ਸਕਦੇ ਹਾਂ ਜੋ ਧੁਰ ਹੈ। ਧੁਰ ਕੀ ਹੁੰਦਾ ਜੀ? ਇਹ ਧੁਰ ਦਾ ਅਗਰ ਅਸੀਂ ਭਾਵ ਅਰਥ ਨਿਕਾਲਾਂਗੇ ਤੇ ਉਹ ਬਣ ਜਾਏਗਾ ਮੁੱਢ। ਕਿ ਇਹਦਾ ਧੁਰਾ, ਅਸੀਂ ਕਈ ਵਾਰ ਜਿਹੜਾ ਹੈ ਬੜਾ ਥੋੜਾ ਜਿਹਾ ਠੇਠ ਪੰਜਾਬੀ ਵਰਡ ਹੈ ਕਿ ਧੁਰਾ ਜਿਹੜਾ ਹੈ ਨਾ, ਤੇ ਕਹਿ ਸਕਦੇ ਹਾਂ ਕਿ ਮੁੱਢ ਦਾ ਆਸਰਾ ਯਾਨੀ ਕਿ ਬੇਸਿਕ ਦਾ ਆਸਰਾ। ਕਿ ਬਈ ਅਗਰ ਇਹ ਧਰਤੀ ਜਿਹੜੀ ਖੜੀ ਹੈ ਉਹ ਕਿਹਦੇ ਸਹਾਰੇ ਖੜੀ ਹੈ ਤੇ ਉਹਦਾ ਜਿਹੜਾ ਕਹਿ ਸਕਦੇ ਹਾਂ ਜਿਹੜਾ ਧੁਰ ਹੈ ਉਹਦਾ ਆਸਰਾ ਕਿਹੜਾ ਹੈ। ਬਈ ਧਰਤੀ ਕਿਤੇ ਨਾ ਕਿਤੇ ਤੇ ਟਿਕੀ ਹੋਈ ਹੈ ਨਾ, ਕਿਵੇਂ ਟਿਕੀ ਹੋਈ ਹੈ? ਉਹਨੂੰ ਟਿਕਾਉਣ ਵਾਲਾ ਕੌਣ ਹੈ? ਕੋਈ ਨਾ ਕੋਈ ਤੇ ਉਹਦਾ ਧੁਰ ਹੈ, ਯਾਨੀ ਕਿ ਕੋਈ ਨਾ ਕੋਈ ਤੇ ਉਹਦਾ ਬੇਸ ਹੈ ਨਾ। ਤੇ ਜਿੰਨਾ ਕਹਿ ਸਕਦੇ ਹਾਂ ਕਿ ਬਈ ਉਹੀ ਬੇਸ ਸਟਰੋਂਗ ਹੁੰਦਾ ਹੈ, ਉਨਾ ਹੀ ਕਹਿ ਸਕਦੇ ਹਾਂ ਜਿਹੜਾ ਉਹਦੇ ਉੱਪਰ ਬਣੀ ਹੋਈ ਚੀਜ਼ ਹੈ ਉਹ ਉਨੀ ਹੀ ਵਧੀਆ ਹੁੰਦੀ ਹੈ। ਜਿਵੇਂ ਮੰਨ ਲਓ ਅਗਰ ਕੋਈ ਬਿਲਡਿੰਗ ਬਣਾਉਣੀ ਹੈ ਨਾ, ਤੇ ਉਹਦਾ ਕਹਿ ਸਕਦੇ ਹਾਂ ਅਗਰ ਜਿੰਨਾ ਉਹਦਾ ਬੇਸ ਸਟਰੋਂਗ ਹੈ ਤੇ ਉਨੀ ਅੱਛੀ ਕਹਿ ਸਕਦੇ ਹਾਂ ਕਿ ਮਜ਼ਬੂਤ ਜਿਹੜੀ ਹੈ ਉਹਦੀ ਪਕੜ ਬਣੀ ਰਹੇਗੀ ਬਿਲਡਿੰਗ ਦੀ, ਉਨੀ ਉਹ ਖੜੀ ਰਹੇਗੀ ਉਨਾ ਜ਼ਿਆਦਾ ਸਮੇਂ ਤੱਕ, ਹੈ ਨਾ। ਅਗਰ ਬੇਸਿੰਗ ਹੀ ਕਹਿ ਸਕਦੇ ਕਮਜ਼ੋਰ ਹੈ ਤੇ ਫਿਰ ਜਿਹੜੀ ਹੈ ਬਿਲਡਿੰਗ ਜਿਹੜੀ ਹੈ ਉਹਨੂੰ ਗਿਰਨ ਵਿੱਚ ਬਹੁਤਾ ਸਮਾਂ ਨਹੀਂ ਲੱਗੇਗਾ, ਕਦੇ ਵੀ ਉਹ ਗਿਰ ਸਕਦੀ ਹੈ। ਤੇ ਲੇਕਿਨ ਉਹ ਜੋ ਧੁਰ ਹੈ, ਜੋ ਬੇਸ ਹੈ, ਉਹਦਾ ਵੀ ਆਸਰਾ ਕੌਣ ਹੈ? ਉਹ ਆਪ ਅਕਾਲ ਪੁਰਖ ਪਰਮਾਤਮਾ ਹੈ। ਤੇ ਆਜਾਨ ਬਾਹੂ। ਆਜਾਨ ਹੋ ਗਿਆ ਪੈਦਾ ਕਰਨ ਦਾ ਵਸੀਲਾ। ਕੁਝ ਵੀ ਚੀਜ਼ ਜੋ ਵੀ ਬਣ ਰਹੀ ਹੈ ਇਸ ਦੁਨੀਆ ਵਿੱਚ, ਕੁਦਰਤ ਵਿੱਚ ਜੋ ਵੀ ਬਣ ਰਿਹਾ ਹੈ ਉਹ ਸਾਰੇ ਤਰੀਕੇ ਆਜਾਨ। ਤੇ ਬਾਹੂ ਕੀ ਹੋ ਗਿਆ? ਵਸ ਵਿੱਚ, ਯਾਨੀ ਕਿ ਜੋ ਪਰਮਾਤਮਾ ਹੈ ਉਸ ਦੇ ਵਸ ਵਿੱਚ ਹਰ ਇੱਕ ਚੀਜ਼ ਜੋ ਵੀ ਕੁਦਰਤ ਵਿੱਚ ਬਣ ਰਹੀ ਹੈ ਉਹ ਹਰ ਇੱਕ ਚੀਜ਼ ਉਸ ਅਕਾਲ ਪੁਰਖ ਦੇ ਵਸ ਵਿੱਚ ਹੈ। ਇੱਕ ਹੈ ਸਦਾਹੂ। ਜੋ ਪਰਮਾਤਮਾ ਹੈ ਉਹ ਹਮੇਸ਼ਾ ਲਈ, ਸਦਾਹੂ ਹੋ ਗਿਆ ਹਮੇਸ਼ਾ, ਇੱਕ ਹੈ ਯਾਨੀ ਕਿ ਇੱਕੋ ਜਿਹਾ। ਯਾਨੀ ਕਿ ਜੋ ਪਰਮਾਤਮਾ ਹੈ ਉਹ ਬਦਲਦਾ ਨਹੀਂ, ਉਹ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੈ। ਅਗਰ ਗੱਲ ਕਰੀਏ ਉਹਦੇ ਸੁਭਾਅ ਦੀ, ਜੇ ਅਗਰ ਕਹਿ ਸਕਦੇ ਹਾਂ ਕਿ ਅਗਰ ਦੁਨਿਆਵੀ ਜੀਵ ਹੈ ਤੇ ਹਰ ਥੋੜੇ ਟਾਈਮ ਬਾਅਦ ਅਗਰ ਵੇਖਿਆ ਜਾਂਦਾ ਹੈ, ਅਸੀਂ ਆਪਣੇ ਵਾਲੀ ਝਾਤ ਮਾਰ ਕੇ ਦੇਖੀਏ, ਜੋ ਅਸੀਂ ਪਹਿਲੇ ਸੀ ਉਹ ਅਸੀਂ ਹੁਣ ਨਹੀਂ ਹਾਂ। ਸਾਡਾ ਸੁਭਾਅ ਜਿਹੜਾ ਹੈ ਉਹ ਬਹੁਤ ਬਦਲ ਚੁੱਕਿਆ, ਸਾਡੇ ਵਿਚਾਰ ਬਦਲ ਚੁੱਕੇ ਤੇ ਹੋਰ ਆਉਣ ਵਾਲੇ ਸਮੇਂ 'ਚ ਅਸੀਂ ਪਤਾ ਨਹੀਂ ਹੋਰ ਕਿੰਨੀ ਵਾਰ ਬਦਲਣਾ ਹੈ। ਲੇਕਿਨ ਜੋ ਪਰਮਾਤਮਾ ਹੈ ਉਹ ਅਜਿਹਾ ਨਹੀਂ ਹੈ, ਉਹ ਇੱਕ ਹੈ ਸਦਾ ਹੋ। ਉਹ ਸ਼ੁਰੂਆਤ ਤੋਂ ਲੈ ਕੇ
ਸਾਡੇ ਕਹਿ ਸਕਦੇ ਹਾਂ ਜਦ ਤੱਕ ਅਸੀਂ ਵੇਖਣਾ, ਕਿਉਂਕਿ ਅਸੀਂ ਤਾਂ ਉਨਾ ਹੀ ਵੇਖ ਸਕਦੇ ਹਾਂ ਜਦ ਤੱਕ ਸਾਡਾ ਜੀਵਨ ਹੈ, ਕਿ ਅਸੀਂ ਜਦ ਤੋਂ ਵੇਖਿਆ ਪਰਮਾਤਮਾ ਉਹ ਹਮੇਸ਼ਾ ਸਾਨੂੰ ਇੱਕੋ ਜਿਹਾ ਹੀ ਇੱਕ ਰਸ ਹੀ ਨਜ਼ਰ ਆਏਗਾ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ। ਓੰਕਾਰ ਆਦਿ, ਇੱਥੇ ਥੋੜਾ ਧਿਆਨ ਰੱਖਣਾ ਉਚਾਰਨ ਦਾ। ਓੰਕਾਰ ਆਦਿ ਜੋ ਪਰਮਾਤਮਾ ਹੈ, ਓਮ ਭਾਵ ਓਮ ਹੋ ਗਿਆ ਉਹਦਾ ਨਿਰਗੁਣ ਸਰੂਪ, ਉਹਦਾ ਜਿਹੜਾ ਬ੍ਰਹਮ ਸਰੂਪ ਹੈ ਉਹਨੂੰ ਓਮ ਕਿਹਾ ਜਾਂਦਾ ਹੈ। ਤੇ ਕਾਰ ਹੋ ਗਿਆ ਲਗਾਤਾਰ ਨਿਰੰਤਰ, ਜੋ ਪਰਮਾਤਮਾ ਹੈ ਉਹ ਬ੍ਰਹਮ ਸਰੂਪ ਵਿੱਚ ਨਿਰੰਤਰ ਕਹਿ ਸਕਦੇ ਹਾਂ ਕਿ ਮੌਜੂਦ ਹੈ, ਅਜਿਹਾ ਨਹੀਂ ਹੈ ਕਿ ਅੱਜ ਹੈ ਕੱਲ ਨਹੀਂ ਹੈ, ਨਹੀਂ, ਉਹ ਹਮੇਸ਼ਾ ਲਈ ਹੈ, ਨਿਰੰਤਰ ਹੈ, ਲਗਾਤਾਰ ਹੈ। ਤੇ ਆਦਿ ਹੋ ਗਿਆ ਸ਼ੁਰੂਆਤ ਤੋਂ, ਜੋ ਪਰਮਾਤਮਾ ਹੈ ਉਹਦਾ ਕਹਿ ਸਕਦੇ ਹਾਂ ਜਿਹੜਾ ਨਿਰਗੁਣ ਸਰੂਪ ਹੈ, ਜੋ ਨਿਰੰਤਰ ਮੌਜੂਦ ਹੈ ਹਰ ਇੱਕ ਯੁੱਗ ਵਿੱਚ, ਹਰ ਇੱਕ ਸਮੇਂ ਵਿੱਚ, ਉਹ ਨਾਲ ਦੇ ਨਾਲ ਹੀ ਆਦਿ ਵੀ ਹੈ, ਭਾਵ ਸ਼ੁਰੂਆਤ ਤੋਂ ਹੀ ਹੈ। ਕਥਨੀ ਅਨਾਦਿ, ਤੇ ਕਥਨੀ ਜੋ ਪਰਮਾਤਮਾ ਦੀ ਜਿਹੜੀ ਕਥਨੀ ਹੈ, ਜੋ ਕਹਿ ਸਕਦੇ ਹਾਂ ਕਿ ਉਹ ਕਥਨ ਕਰਦੇ ਪਏ ਨੇ, ਬਿਆਨ ਕਰਦੇ ਪਏ ਨੇ, ਜੋ ਪਰਮਾਤਮਾ ਕਥਨ ਕਰਦਾ ਪਿਆ, ਬਿਆਨ ਕਰਦਾ ਪਿਆ ਹੈ, ਉਹ ਅਨਾਦਿ ਹੈ, ਭਾਵ ਆਦਿ ਤੋਂ ਰਹਿਤ ਹੈ। ਅਨ ਜਮਾ ਆਦਿ, ਜਿਹਦਾ ਕੋਈ ਮੁੱਢ ਨਹੀਂ ਹੈ, ਜਿਹਦੀ ਕੋਈ ਸ਼ੁਰੂਆਤ ਨਹੀਂ ਹੈ, ਤੇ ਉਹ ਤਦ ਤੋਂ ਜਿਹੜਾ ਹੈ ਕਹਿ ਸਕਦੇ ਹਾਂ ਜੋ ਪਰਮਾਤਮਾ ਹੈ ਉਸ ਸਮੇਂ ਤੋਂ ਕਹਿ ਸਕਦੇ ਹਾਂ ਉਹਦੇ ਜਿਹੜੇ ਅਮੋਲਕ ਬਚਨ ਹਨ ਇਸ ਕੁਦਰਤ ਵਿੱਚ ਕਹਿ ਸਕਦੇ ਹਾਂ ਕਿ ਉਸ ਟਾਈਮ ਤੋਂ ਚੱਲਦੇ ਆ ਰਹੇ ਹਨ। ਖਲ ਖੰਡ ਖਿਆਲ, ਖਲ ਹੋ ਗਏ ਮੂਰਖ, ਖੰਡ ਹੋ ਗਿਆ ਭੰਨਣ ਵਾਲਾ, ਤੋੜਨ ਵਾਲਾ ਨਾ, ਹਿੱਸਾ ਕਰਨਾ, ਖੰਡ ਹਿੱਸਾ ਹੈ ਨਾ, ਸਿੰਪਲ ਮੀਨਿੰਗ ਜਿਹੜਾ ਅਗਰ ਵਰਡ ਮੀਨਿੰਗ ਲਈਏ ਤਾਂ ਹਿੱਸਾ, ਖੰਡ ਕੀ ਕਰਨਾ, ਤੋੜਨਾ ਹੈ ਨਾ, ਖੰਡ ਕਰਨਾ, ਖੰਡ ਕਰ ਦੇਣਾ, ਤੋੜ ਦੇਣਾ ਕਿਸੇ ਚੀਜ਼ ਨੂੰ। ਤੇ ਖਿਆਲ, ਜੋ ਖਿਆਲ ਕੀ ਹੁੰਦਾ, ਵਿਚਾਰ ਕਹਿ ਸਕਦੇ ਹਾਂ ਆਪਾਂ, ਹੈ ਨਾ, ਸੋਚ ਕਹਿ ਸਕਦੇ ਹਾਂ। ਤੇ ਜੋ ਪਰਮਾਤਮਾ ਹੈ ਉਹ ਅਜਿਹਾ ਖਿਆਲ ਹੈ, ਅਜਿਹੀ ਸੋਚ ਹੈ, ਅਜਿਹੀ ਵਿਚਾਰ ਹੈ, ਜਿਸ ਜੀਵ ਦੇ ਅੰਦਰ ਵੀ ਉਹ ਵਿਚਾਰ ਆਉਂਦੀ, ਉਹਦਾ ਖਿਆਲ ਆ ਜਾਂਦਾ, ਉਹ ਜਿਹੜਾ ਉਹਦੇ ਅੰਦਰ ਜਿਹੜੀ ਮੂਰਖਤਾ ਹੁੰਦੀ ਹੈ। ਖਲ ਕੀ ਹੋ ਗਿਆ ਮੂਰਖ, ਤੇ ਖੰਡ ਯਾਨੀ ਕਿ ਤੋੜਨਾ, ਤੇ ਉਹਦੀ ਜਿਹੜੀ ਮੂਰਖਤਾ ਹੈ ਉਹ ਟੁੱਟ ਜਾਂਦੀ ਹੈ ਜਿਸ ਵੀ ਜੀਵ ਦੇ ਅੰਦਰ ਉਸ ਅਕਾਲ ਪੁਰਖ ਦਾ ਕਹਿ ਸਕਦੇ ਹਾਂ ਭਾਵ ਸ਼ਬਦ ਆ ਕੇ ਵਸ ਜਾਂਦਾ ਹੈ, ਉਸ ਪਰਮਾਤਮਾ ਦੀ ਚੰਗੀ ਮੱਤ, ਚੰਗਾ ਖਿਆਲ, ਚੰਗਾ ਵਿਚਾਰ ਆ ਕੇ ਵਸ ਜਾਂਦਾ ਹੈ। ਉਹਦੇ ਅੰਦਰ ਦੀ ਜਿਹੜੀ ਮੂਰਖਤਾ ਹੈ, ਅਗਿਆਨਤਾ ਹੈ ਜਿਹੜੀ, ਕਿਉਂਕਿ ਅਗਿਆਨੀ ਨੂੰ ਹੀ ਜਿਹੜਾ ਹੈ ਕਹਿ ਸਕਦੇ ਹਾਂ ਕਿ ਮੂਰਖ ਕਿਹਾ ਜਾਂਦਾ ਹੈ, ਜਿਸ ਨੂੰ ਕੋਈ ਗਿਆਨ ਨਹੀਂ ਹੁੰਦਾ, ਤੇ ਉਹਦਾ ਕਹਿ ਸਕਦੇ ਹਾਂ ਅਗਿਆਨ ਜਿਹੜਾ ਹੈ ਉਹ ਦੂਰ ਹੋ ਜਾਂਦਾ ਹੈ। ਇਹਦਾ ਭਾਵ ਐਵੇਂ ਵੀ ਹੋ ਸਕਦਾ ਹੈ ਕਿ ਖਲ ਖੰਡ ਖਿਆਲ, ਜੋ ਪਰਮਾਤਮਾ ਹੈ ਉਹ ਇੱਕ ਅਜਿਹਾ ਖਿਆਲ ਹੈ, ਅਜਿਹਾ ਵਿਚਾਰ ਹੈ ਜੋ ਸਾਡੇ ਅੰਦਰ ਦੀ ਜਿਹੜੀ ਮੂਰਖਤਾ ਹੈ ਉਸ ਨੂੰ ਹਟਾ ਦਿੰਦਾ ਹੈ, ਦੂਰ ਕਰ ਦਿੰਦਾ ਹੈ। ਗੁਰ ਬਰ ਅਕਾਲ, ਗੁਰ ਜਿਹੜਾ ਹੈ ਜੋ ਪਰਮਾਤਮਾ ਹੈ ਉਹ ਗੁਰ ਤੇ ਹੈ ਹੀ ਹੈ, ਪਰ ਕਿਹੜਾ ਗੁਰ ਹੈ, ਅਜਿਹਾ ਗੁਰ ਹੈ ਜੋ ਬਰ ਯਾਨੀ ਕਿ ਸਭ ਤੋਂ ਵੱਡਾ, ਬਰ ਵੱਡਾ। ਤੇ ਗੁਰ ਬਰ ਅਕਾਲ, ਅਕਾਲ ਕੀ ਹੋ ਗਿਆ ਜੋ ਕਾਲ ਤੋਂ ਰਹਿਤ ਹੈ, ਸਮੇਂ ਤੋਂ ਰਹਿਤ ਹੈ, ਜਿਹਨੂੰ ਨਾ ਸਮੇਂ ਨੇ ਬਣਾਇਆ ਨਾ ਸਮੇਂ ਨੂੰ, ਸਮਾਂ ਉਹਨੂੰ ਨਸ਼ਟ ਕਰ ਸਕਦਾ ਹੈ। ਤੇ ਗੁਰ ਬਰ ਉਹ ਵੱਡਾ ਗੁਰੂ ਹੈ, ਤੇ ਅਕਾਲ ਹੈ, ਸਮੇਂ ਤੋਂ ਰਹਿਤ ਹੈ। ਘਰ ਪ੍ਰਣਾਮ, ਪਰਮਾਤਮਾ ਜਿਹੜਾ ਹੈ ਉਸ ਨੂੰ ਹਰ ਇੱਕ ਘਰ ਵਿੱਚ ਕਹਿ ਸਕਦੇ ਹਾਂ, ਹਿਰਦੇ ਰੂਪੀ ਘਰ ਵਿੱਚ ਪ੍ਰਣਾਮ ਭਾਵ ਨਮਸਕਾਰ ਜਿਹੜੀ ਹੈ ਉਹ ਹੋ ਰਹੀ ਹੈ। ਤੇ ਚਿੱਤ ਚਰਨ ਨਾਮ, ਤੇ ਹਰ ਇੱਕ ਕਹਿ ਸਕਦੇ ਹਾਂ ਚਿੱਤ ਵਿੱਚ, ਸੋਚ ਵਿੱਚ ਕੀ ਹੈ ਜੀ, ਉਸ ਪਰਮਾਤਮਾ ਦੇ ਚਰਨ, ਉਸ ਪਰਮਾਤਮਾ ਦੇ ਨਾਮ ਹੈ ਕਿਤੇ ਨਾ ਕਿਤੇ। ਲੇਕਿਨ ਉਹ ਗੱਲ ਵੱਖਰੀ ਹੈ ਕਿ ਸਾਨੂੰ ਜਿਹੜਾ ਹੈ, ਕਿਉਂਕਿ ਅਸੀਂ ਦੁਨਿਆਵੀ ਰੰਗ ਵਿੱਚ ਇੰਨੇ ਰੰਗ ਚੁੱਕੇ ਹਾਂ, ਦੁਨਿਆਵੀ ਸੋਚ ਸਾਡੇ ਅੰਦਰ ਇੰਨੀ ਵਸ ਚੁੱਕੀ ਹੈ ਕਿ ਸਾਨੂੰ ਜਿਹੜੀ ਉਸ ਪਰਮਾਤਮਾ ਦੇ ਕਹਿ ਸਕਦੇ ਹਾਂ ਕਿ ਉਹਦੇ ਜਿਹੜੇ ਚਰਨ ਹਾਂ, ਉਹਦੇ ਜਿਹੜੇ ਨਾਮ ਹਾਂ, ਉਹ ਸਾਨੂੰ ਕਹਿ ਸਕਦੇ ਹਾਂ ਕਿ ਸਾਡੇ ਚਿੱਤ ਵਿੱਚ ਨਜ਼ਰ ਨਹੀਂ ਆ ਰਹੇ, ਪਰ ਹੈ ਉਹ ਚਿੱਤ ਦੇ ਅੰਦਰ। ਪਰਮਾਤਮਾ ਜਿਹੜਾ ਹੈ ਉਹ ਸਾਡੇ ਚਿੱਤ ਦੇ ਅੰਦਰ ਹੀ ਹੈ, ਉਹਦਾ ਜਿਹੜਾ ਚਰਨ ਹੈ, ਉਹਦੇ ਜਿਹੜੇ ਨਾਮ ਆ, ਤੇ ਉਹ ਜਿਹੜੇ ਪਰਮਾਤਮਾ ਨੇ ਸਾਨੂੰ ਸਾਡੇ ਅੰਦਰ ਹੀ ਬਖਸ਼ੇ ਆ, ਸਾਡੇ ਚਿੱਤ ਅੰਦਰ ਹੀ ਬਖਸ਼ੇ ਆ, ਪਰ ਕਿਤੇ ਨਾ ਕਿਤੇ ਲੋੜ ਹੈ ਧਿਆਨ ਲਗਾਉਣ ਦੀ। ਤੇ ਅਨਛਿਜ ਗਾਤ, ਅਨਛਿਜ ਦੱਸਿਆ ਸੀਗਾ ਪਹਿਲੇ ਵੀ ਆ ਚੁੱਕੇ ਸ਼ਬਦ ਕਈ ਵਾਰ, ਤੇ ਅਨਛਿਜ ਹੋ ਗਿਆ ਜੋ ਕਹਿ ਸਕਦੇ ਕਿ ਪੁਰਾਣਾ ਨਹੀਂ ਹੁੰਦਾ, ਜੋ ਛਿਜਦਾ ਨਹੀਂ। ਜਿਵੇਂ ਕੱਪੜੇ ਦਾ ਐਗਜ਼ਾਮਪਲ ਆਪਾਂ ਦਿੰਦੇ ਹਾਂ ਨਾ ਕਿ ਬਈ ਕੁਝ ਸਮੇਂ ਬਾਅਦ ਜਿਹੜਾ ਕੱਪੜਾ ਹੈ ਉਹ ਛਿਜ ਜਾਂਦਾ ਹੈ, ਪਰ ਪਰਮਾਤਮਾ ਹੈ ਅਜਿਹਾ ਨਹੀਂ ਹੈ, ਉਹ ਛਿਜਦਾ ਨਹੀਂ, ਉਹ ਕਹਿ ਸਕਦੇ ਹਾਂ ਕਿ ਪੁਰਾਣਾ ਨਹੀਂ ਹੁੰਦਾ। ਉਹ ਗਾਤ ਭਾਵ ਜਿਹੜਾ ਭਾਵ ਅਰਥ ਬਣੇਗਾ ਉਹ ਵੈਸੇ ਤੇ ਅਕਾਲ ਪੁਰਖ ਵਾਸਤੇ ਹੀ ਵਰਤਿਆ ਗਿਆ, ਪਰ ਗਾਤ ਦਾ ਜਿਹੜਾ ਵੈਸੇ ਸ਼ਾਬਦਿਕ ਅਰਥ ਹੈ ਉਹਦੇ ਸਰੀਰ, ਜੋ ਪਰਮਾਤਮਾ ਦਾ ਕਹਿ ਸਕਦੇ ਹਾਂ ਜੋ ਸਰੀਰ ਹੈ, ਜੋ ਸਵਰੂਪ ਹੈ, ਉਹਦੀ ਜਿਹੜੀ ਹਸਤੀ ਹੈ ਉਹ ਅਨਛਿਜ ਹੈ, ਭਾਵ ਛਿਜਦੀ ਨਹੀਂ, ਭਾਵ ਪੁਰਾਣੀ ਨਹੀਂ ਹੁੰਦੀ, ਨਾਸ ਨਹੀਂ ਹੁੰਦੀ। ਤੇ ਆ ਜਿਜ ਨਾ ਬਾਤ,
ਤੇ ਅੱਜ ਜੋ ਹੋ ਗਿਆ ਮੁਹਤਾਜਗੀ, ਤੇ ਨਾ ਬਾਤ ਹੋ ਗਿਆ ਕਿਸੇ ਗੱਲ ਦੀ ਨਹੀਂ। ਤੇ ਜੋ ਪਰਮਾਤਮਾ ਹੈ ਉਹ ਕਿਸੇ ਚੀਜ਼ ਦਾ ਮੁਹਤਾਜ ਨਹੀਂ ਹੈ। ਮੁਹਤਾਜ ਕੀ ਹੁੰਦਾ ਹੈ? ਡਿਪੈਂਡੈਂਟ। ਕਈ ਮੇਰੇ ਕਹਿ ਸਕਦੇ ਹਾਂ ਕਿ ਜਿਹੜੇ ਵੀਰ ਭੈਣ ਹਨ ਉਹਨਾਂ ਨੂੰ ਅਗਰ ਮੁਹਤਾਜ ਦਾ ਵਰਡ ਨਾ ਸਮਝ ਆਏ ਤੇ ਉਹ ਡਿਪੈਂਡੈਂਟ ਵੀ ਸਮਝ ਸਕਦੇ ਹਨ। ਡਿਪੈਂਡੈਂਸੀ ਨਹੀਂ ਹੈ ਪਰਮਾਤਮਾ ਨੂੰ ਕਿਸੇ ਚੀਜ਼ ਦੀ, ਉਹ ਕਿਸੇ ਦੇ ਉੱਪਰ ਨਿਰਭਰ ਨਹੀਂ ਹੈ। ਪਰਮਾਤਮਾ ਜਿਹੜਾ ਹੈ ਉਸ ਤੇ ਕਹਿ ਸਕਦੇ ਹਾਂ ਸਾਰੇ ਨਿਰਭਰ ਆ, ਪਰ ਪਰਮਾਤਮਾ ਕਿਸੇ ਦੇ ਨਿਰਭਰ ਨਹੀਂ ਹੈ। ਉਹ ਕਿਉਂਕਿ ਉਹ ਸਭ ਤੋਂ ਵੱਡਾ ਹੈ। ਅਨਝੰਝ ਗਾਤ, ਹੁਣ ਗਾਤ ਪਹਿਲੇ ਵੀ ਆਇਆ ਸੀਗਾ, ਦੁਬਾਰਾ ਆਇਆ। ਗਾਤ ਯਾਨੀ ਕਿ ਸਰੀਰ, ਸਵਰੂਪ। ਤੇ ਅਨਝੰਝ, ਪਰਮਾਤਮਾ ਅਜਿਹੀ ਹਸਤੀ ਹੈ, ਅਜਿਹਾ ਸਰੂਪ ਹੈ, ਅਜਿਹਾ ਸਰੀਰ ਹੈ ਜੋ ਅਨਝੰਝ ਹੋ ਗਿਆ। ਜਿਵੇਂ ਝੰਝ ਹੋ ਗਿਆ ਝਗੜੇ, ਅਨਝੰਝ ਹੋ ਗਿਆ ਝਗੜੇ ਤੋਂ ਰਹਿਤ। ਤੇ ਝਗੜੇ ਤੋਂ ਰਹਿਤ ਹੈ ਪਰਮਾਤਮਾ ਜਿਹੜਾ ਹੈ, ਉਹ ਝਗੜਿਆਂ ਤੋਂ ਰਹਿਤ ਹੈ। ਅਨਰੰਜ ਬਾਤ, ਜੋ ਪਰਮਾਤਮਾ ਹੈ ਉਹਦੀ ਜਿਹੜੀ ਗੱਲ ਹੈ ਕਹਿ ਸਕਦੇ ਹਾਂ ਉਹਦੇ ਵਿੱਚ ਕਦੀ ਵੀ ਰੰਜ ਨਹੀਂ ਹੁੰਦਾ। ਹੁਣ ਕਿਉਂਕਿ ਇਹ ਜੋ ਸ਼ਬਦ ਹੈ ਤੁਹਾਡੇ ਵਾਸਤੇ ਕਈਆਂ ਵਾਸਤੇ ਜਿਹੜਾ ਹੈ ਨਵਾਂ ਸ਼ਬਦ ਆਇਆ ਹੈ, ਤੇ ਇਸ ਲਈ ਥੋੜਾ ਜਿਹਾ ਇਸ ਤੇ ਮੈਂ ਹੋਰ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਅਨਰੰਜ ਜਿਹੜਾ ਹੈ ਉਹ ਵਰਡ ਜਿਹੜਾ ਹੈ ਇਹਦਾ ਅਰਥ ਹੋ ਗਿਆ ਰੰਜ ਰਹਿਤ। ਬਾਤ ਤੇ ਉਹੀ ਹੋ ਗਿਆ ਕਿ ਪਰਮਾਤਮਾ ਦੀ ਬਾਤ ਯਾਨੀ ਕਿ ਗੱਲਬਾਤ। ਤੇ ਰੰਜ ਦਾ ਜਿਹੜਾ ਅਰਥ ਹੁੰਦਾ ਜਿਵੇਂ ਅਸੀਂ ਕਹਿੰਦੇ ਨਾ ਕਈ ਵਾਰ ਕਿ ਇਹਦੀ ਕੋਈ ਪੁਰਾਣੀ ਰੰਜਿਸ਼ ਹੋਏਗੀ ਜੋ ਅਜਿਹਾ ਕਰ ਰਿਹਾ ਹੈ। ਰੰਜਿਸ਼ ਕੀ ਹੁੰਦੀ ਹੈ? ਕਹਿ ਸਕਦੇ ਹਾਂ ਕਿ ਇੱਕ ਕਿਸਮ ਦਾ ਮਤਲਬ ਗੁੱਸੇ ਦਾ ਹੀ ਇੱਕ ਕਹਿ ਸਕਦੇ ਹਾਂ, ਗੁੱਸੇ ਤੋਂ ਇਹ ਸ਼ਬਦ ਬਣਿਆ। ਤੇ ਇਹਦਾ ਜਿਹੜਾ ਓਵਰਆਲ ਜਿਹੜਾ ਮੀਨਿੰਗ ਹੈ ਅਨਰੰਜ ਦਾ ਹੋ ਗਿਆ ਗੁੱਸੇ ਤੋਂ ਰਹਿਤ ਕਹਿ ਸਕਦੇ ਹਾਂ। ਜੋ ਪਰਮਾਤਮਾ ਹੈ ਉਹਦੀ ਜਿੰਨੀ ਵੀ ਗੱਲਬਾਤ ਹੁੰਦੀ ਭਾਵ ਜਦ ਵੀ ਉਹ ਬੋਲਦਾ ਹੈ ਤੇ ਕਹਿ ਸਕਦੇ ਹਾਂ ਉਹਦੇ ਵਿੱਚ ਹਮੇਸ਼ਾ ਪ੍ਰੇਮ ਝਲਕਦਾ ਹੈ, ਉਹਦੇ ਵਿੱਚ ਕਦੇ ਗੁੱਸਾ ਨਹੀਂ ਹੁੰਦਾ। ਪਰਮਾਤਮਾ ਕਹਿ ਸਕਦੇ ਹਾਂ ਗੁੱਸੇ ਤੋਂ ਰਹਿਤ ਹੈ। ਉਹਦੀ ਜਿਹੜੀ ਹਰ ਇੱਕ ਬਾਤ ਹੈ ਉਹਦੇ ਵਿੱਚ ਇੱਕ ਮਿੱਠਾਪਨ ਹੈ, ਉਹਦਾ ਜਿਹੜਾ ਸੁਭਾਅ ਹੈ ਨਾ ਉਹ ਹਮੇਸ਼ਾ ਇੱਕ ਕਹਿ ਸਕਦੇ ਹਾਂ ਕਿ ਉਹਦੇ ਅੰਦਰ ਇੱਕ ਮਿੱਠਾਪਨ ਝਲਕਦਾ ਹੈ ਤੇ ਉਹ ਕਦੇ ਕਿਸੇ ਉੱਪਰ ਗੁੱਸਾ ਨਹੀਂ ਹੁੰਦਾ। ਤੇ ਅਣਟੁੱਟ ਭੰਡਾਰ, ਜੋ ਪਰਮਾਤਮਾ ਹੈ ਉਹਦੇ ਜਿਹੜੇ ਭੰਡਾਰੇ ਨੇ, ਉਹਦੀ ਜਿਹੜੀ ਦਾਤਾਂ ਨੇ ਉਹ ਨਾ ਮੁੱਕਣ ਵਾਲੀਆਂ ਹਨ, ਯਾਨੀ ਕਿ ਖਤਮ ਨਹੀਂ ਹੁੰਦੀਆਂ ਕਦੇ ਵੀ, ਅਣਟੁੱਟ ਹਨ। ਅਣਟੁੱਟ ਜਿਵੇਂ ਅਸੀਂ ਪੜ੍ਹਦੇ ਹਾਂ ਨਾ ਗੁਰੂ ਕਾ ਲੰਗਰ ਅਟੁੱਟ ਵਰਤੇਗਾ ਨਾ, ਕਈ ਅਸੀਂ ਇਸ਼ਤਿਹਾਰਾਂ ਤੇ ਪੜ੍ਹਿਆ ਹੁੰਦਾ, ਯਾਨੀ ਕਿ ਨਹੀਂ ਮੁੱਕੇਗਾ, ਜਦ ਤੱਕ ਕੋਈ ਸੰਗਤ ਛਕਣਾ ਚਾਹੇ ਛਕ ਸਕਦੀ ਹੈ, ਲੰਗਰ ਨਹੀਂ ਮੁੱਕੇਗਾ। ਤੇ ਅਜਿਹਾ ਜਿਹੜਾ ਸ਼ਾਬਦਿਕ ਜਿਹੜੇ ਵਰਡ ਆ ਉਹ ਯੂਜ਼ ਹੁੰਦੇ ਆ ਇਸ਼ਤਿਹਾਰਾਂ ਤੇ ਲਿਖੇ ਜਾਂਦੇ ਆ ਨਾ, ਤੇ ਉਹੀ ਜੇ ਉਸ ਤੋਂ ਹੀ ਬਣਿਆ ਅਣਟੁੱਟ, ਜਿਸ ਨੂੰ ਜੋ ਕਹਿੰਦੇ ਟੁੱਟਦਾ ਨਹੀਂ, ਭਾਵ ਲਗਾਤਾਰ ਹੀ ਹੈ ਨਾ, ਕਿ ਨਾ ਮੁੱਕਣ ਵਾਲਾ ਹੈ ਨਾ। ਉਹਦੇ ਜਿਹੜੇ ਭੰਡਾਰੇ ਹਨ ਉਹ ਨਾ ਮੁੱਕਣ ਵਾਲੇ ਹਨ, ਹਮੇਸ਼ਾ ਹਮੇਸ਼ਾ ਲਈ ਹਨ। ਤੇ ਅਣਠੱਟ ਅਪਾਰ, ਜੋ ਪਰਮਾਤਮਾ ਹੈ ਕਿਉਂਕਿ ਉਹ ਅਪਾਰ ਹਸਤੀ ਹੈ ਜਿਹਦਾ ਕੋਈ ਭਾਰ ਨਹੀਂ ਪਾਇਆ ਜਾ ਸਕਦਾ, ਤੇ ਇਸ ਲਈ ਉਸ ਨੂੰ ਅਣਠੱਟ ਹੈ। ਉਹ ਅਣਠੱਟ ਹੋ ਗਿਆ ਜਿਸ ਨੂੰ ਕਿਸੇ ਇੱਕ ਜਗ੍ਹਾ ਤੇ ਆਪਾਂ ਸਥਾਪਿਤ ਨਹੀਂ ਕਰ ਸਕਦੇ। ਜਿਵੇਂ ਐਗਜ਼ਾਮਪਲ ਕਹਿ ਸਕਦੇ ਹਾਂ ਮੂਰਤੀ ਹੋ ਗਈ ਹੈ ਨਾ, ਤੇ ਮੂਰਤੀ ਨੂੰ ਕੋਈ ਇੱਕ ਜਗ੍ਹਾ ਤੇ ਸਥਾਪਿਤ ਕਰ ਸਕਦਾ ਹੈ, ਲੇਕਿਨ ਪਰਮਾਤਮਾ ਨਹੀਂ। ਪਰਮਾਤਮਾ ਅਜਿਹਾ ਨਹੀਂ ਹੈ, ਉਸ ਨੂੰ ਕਿਸੇ ਇੱਕ ਜਗ੍ਹਾ ਤੇ ਸਥਾਪਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਅਪਾਰ ਹੈ ਜਿਹਦਾ ਕੋਈ ਪਾਰ ਨਹੀਂ ਆ ਸਕਦਾ ਪਰਮਾਤਮਾ ਦਾ। ਆਡੀਠ ਧਰਮ, ਜਿਵੇਂ ਅਸੀਂ ਕਹਿੰਦੇ ਇਹ ਡਿੱਠਿਆ ਹੋਇਆ ਹੈ, ਡਿੱਠਿਆ ਭਾਵ ਦੇਖਿਆ ਹੋਇਆ, ਜਿਵੇਂ ਬਾਣੀ ਵਿੱਚ ਵੀ ਫਰਮਾਨ ਹੁੰਦਾ ਡਿੱਠੇ ਸਭੇ ਥਾਵ ਨਹੀਂ ਤੁਝ ਜਿਹੇ ਆ, ਕਿ ਮੈਂ ਸਾਰੇ ਥਾਂ ਜਿਹੜੇ ਆ ਉਹ ਵੇਖ ਲਏ। ਤੇ ਉੱਥੇ ਡਿੱਠੇ ਦਾ ਵੀ ਅਰਥ ਹੋ ਗਿਆ ਵੇਖਣਾ ਹੈ ਨਾ, ਇੱਥੇ ਵੀ ਹੋ ਗਿਆ ਆਡੀਠ। ਹੁਣ ਇਹਦਾ ਉਲਟਾ ਹੋ ਗਿਆ ਆਡੀਠ, ਇੱਕ ਡੀਠ ਦਾ ਹੋ ਗਿਆ ਦੇਖਣਾ, ਆਡੀਠ ਹੋ ਗਿਆ ਅਣਡਿੱਠਾ ਜਿਹਨੂੰ ਕਦੀ ਵੇਖਿਆ ਨਹੀਂ। ਤੇ ਜਿਹੜਾ ਪਰਮਾਤਮਾ ਦਾ ਜਿਹੜਾ ਧਰਮ ਹੈ ਉਹ ਕਹਿ ਸਕਦੇ ਹਾਂ ਕਿ ਉਹਨੂੰ ਕਦੀ ਮਤਲਬ ਅਜਿਹਾ ਹੈ ਕਿ ਇਸ ਤੋਂ ਪਹਿਲੇ ਕਿਤੇ ਹੋਰ ਵੇਖਿਆ ਹੀ ਨਹੀਂ ਗਿਆ ਸੀ, ਭਾਵ ਉਹ ਹੋਰ ਕਿਤੇ ਨਜ਼ਰ ਹੀ ਨਹੀਂ ਆਉਂਦਾ। ਕਿਆ ਬਾਤ ਹੈ ਉਸ ਕਾਨੂੰਨ ਦੀ, ਉਸ ਧਰਮ ਦੀ, ਉਸ ਨਿਯਮ ਦੀ ਜੋ ਪਰਮਾਤਮਾ ਨੇ ਲਾਗੂ ਕੀਤੇ ਹਨ, ਉਹ ਕਿਤੇ ਹੋਰ ਵੇਖਣ ਨੂੰ ਨਹੀਂ ਮਿਲ ਸਕਦੇ। ਅਗਰ ਅਸੀਂ ਦੁਨਿਆਵੀ ਪੱਧਰ ਤੇ ਵੀ ਗੱਲ ਕਰੀਏ ਤੇ ਸਾਨੂੰ ਨਜ਼ਰ ਜੋ ਆ ਰਿਹਾ ਸਾਹਮਣੇ, ਜੋ ਵੀ ਰੂਲ ਨਿਯਮ ਰੈਗੂਲੇਸ਼ਨਸ ਆਪਾਂ ਦੇਖਦੇ ਹਾਂ ਆਪਣੇ ਕਹਿ ਸਕਦੇ ਹਾਂ ਰੋਜ਼ਮर्रा ਦੀ ਜ਼ਿੰਦਗੀ 'ਚ, ਤੇ ਅਗਰ ਪਰਮਾਤਮਾ ਦੇ ਦੇਖਾਂਗੇ ਅਗਰ ਕਾਨੂੰਨ ਰੂਲ ਨਿਯਮ, ਤੇ ਦੇਖੋ ਕਿੰਨਾ ਜ਼ਮੀਨ ਆਸਮਾਨ ਦਾ ਫਰਕ ਹੈ। ਅਸੀਂ ਕਹਿ ਸਕਦੇ ਹਾਂ ਕਿ ਭਾਵੇਂ ਪੂਰੀ ਦੁਨੀਆ ਅਸੀਂ ਘੁੰਮ ਲਈਏ, ਲੇਕਿਨ ਜੋ ਪਰਮਾਤਮਾ ਵਰਗਾ ਜੋ ਉਸਨੇ ਜੋ ਨਿਯਮ, ਉਸਨੇ ਜੋ ਧਰਮ ਬਣਾ ਦਿੱਤਾ ਹੈ, ਉਸਨੇ ਜੋ ਕਾਨੂੰਨ ਬਣਾ ਦਿੱਤਾ ਹੈ, ਉਹ ਆਡੀਠ ਹੈ, ਉਹ ਅਣਡਿੱਠ ਹੈ, ਉਹ ਕਿਤੇ ਹੋਰ ਵੇਖਣ ਨੂੰ ਨਹੀਂ ਮਿਲਦਾ। ਅਤ ਢੀਠ ਕਰਮ, ਅਤ ਹੋ ਗਿਆ ਅਤ ਦਾ ਯਾਨੀ ਕਿ ਬਹੁਤ ਬਹੁਤ ਵੱਡੇ ਪੱਧਰ ਤੇ, ਬਹੁਤ ਜ਼ਿਆਦਾ ਹੈ ਨਾ, ਕਹਿੰਦੇ ਅਤ ਹੋ ਗਈ, ਅਤ ਹੋ ਕੇ ਹੋ ਗਿਆ ਬਹੁਤ ਜ਼ਿਆਦਾ।
ਜੋ ਪਰਮਾਤਮਾ ਦਾ ਜਿਹੜਾ ਕਰਮ ਹੈ ਉਹ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਉਸ ਵਿੱਚ ਇੱਕ ਢੀਠਪਨ ਹੈ। ਹੁਣ ਅਸੀਂ ਕਈ ਵਾਰ ਜਿਹੜਾ ਹੈ ਜ਼ਿਆਦਾਤਰ ਢੀਠ ਨੂੰ ਜਿਹੜਾ ਹੈ ਉਹ ਅਸੀਂ ਨੈਗੇਟਿਵ ਵਰਡ ਦੇ ਰੂਪ ਵਿੱਚ ਲੈਂਦੇ ਹਾਂ ਕਿ ਬਈ ਢੀਠ ਤੇ ਗਲਤ ਹੋ ਗਿਆ ਨਾ, ਢੀਠ ਢੀਠ ਬਈ ਢੀਠ ਨਹੀਂ ਬਣਨਾ ਚਾਹੀਦਾ ਹੈ ਨਾ। ਪਰ ਅਸੀਂ ਅਗਰ ਗੱਲ ਕਰੀਏ, ਅਗਰ ਅਸੀਂ ਅਰਦਾਸ ਕਰਦੇ ਹਾਂ ਨਾ, ਜਿਨ੍ਹਾਂ ਹੱਠੀਆਂ ਜੱਪੀਆਂ ਤੱਪੀਆਂ, ਤੇ ਉੱਥੇ ਵੀ ਸ਼ਬਦ ਆਉਂਦਾ ਹੈ ਹੱਠੀਆਂ, ਹੱਠ ਸ਼ਬਦ ਆਉਂਦਾ ਹੈ, ਤੇ ਉਹੀ ਹੱਠ ਜਿਹੜਾ ਹੈ ਉਹ ਪਰੈਵਾਚੀ ਹੈ ਢੀਠ ਦਾ, ਬਈ ਢੀਠ ਜਿਹੜਾ ਹੱਠ ਹੀ ਹੋਏ, ਢੀਠ ਹੋਏ, ਹੱਠ ਕਰਦਾ ਹੈ। ਹੱਠ ਕੀ ਕਰਦਾ? ਢੀਠ ਹੋਣਾ ਕਰਦਾ ਹੈ। ਕਿਸ ਚੀਜ਼ ਦਾ ਢੀਠ ਹੋਣਾ? ਹੁਣ ਇਹ ਇੱਥੇ ਗੱਲ ਸਾਰੀ ਕਹਿ ਸਕਦੇ ਹਾਂ ਕਿ ਮੁੱਕਦੀ ਹੈ ਕਿ ਉਹਦਾ ਮਕਸਦ ਕੀ ਹੈ ਢੀਠ ਦਾ। ਇੱਕ ਹੋ ਗਿਆ ਅਜਿਹਾ ਢੀਠ ਹੈ ਜੋ ਆਪਣੇ ਧਰਮ ਦਾ ਪੱਕਾ ਹੈ, ਉਹ ਹਿਲਦਾ ਹੀ ਨਹੀਂ, ਤੇ ਉਹ ਢੀਠ ਜਿਹੜਾ ਚੰਗਾ ਹੈ, ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੈ। ਇੱਕ ਅਜਿਹਾ ਢੀਠ ਹੈ ਜੋ ਕਹਿ ਸਕਦੇ ਹਾਂ ਕਿ ਉਹ ਮਾੜੇ ਕਰਮਾਂ ਤੋਂ ਹਟਦਾ ਨਹੀਂ, ਤੇ ਉਹ ਵੀ ਢੀਠ ਹੈ। ਤੇ ਇੱਕ ਚੰਗਾ ਢੀਠ ਵੀ ਹੁੰਦਾ ਹੈ ਜੋ ਆਪਣੀ ਚੰਗੀ ਆਦਤਾਂ ਵੀ ਨਹੀਂ ਛੱਡਦਾ, ਉਹ ਉਸ ਲਈ ਵੀ ਤੇ ਢੀਠ ਹੋਣਾ ਜ਼ਰੂਰੀ ਹੈ ਨਾ। ਤੇ ਇੱਕ ਹੋ ਗਿਆ ਮਾੜੇਪਨ ਵਾਲਾ ਢੀਠ, ਉਹ ਤੇ ਫਿਰ ਮਾੜਾ ਹੀ ਹੈ, ਉਹਨੂੰ ਅਸੀਂ ਕਹਿੰਦੇ ਬਈ ਇੰਨਾ ਵੀ ਢੀਠ ਹੋਣਾ ਚਾਹੀਦਾ, ਚੰਗਾ ਨਹੀਂ ਹੁੰਦਾ। ਹੁਣ ਤੇ ਬਖਸ਼, ਹੁਣ ਤੇ ਬਸ ਕਰ, ਹੁਣ ਤੇ ਪਰਮਾਤਮਾ ਦੇ ਅੱਗੇ ਆ ਕੇ ਝੁਕ ਲੈ, ਹੁਣ ਤੇ ਸ਼ਰਾਬ ਪੀਣਾ ਛੱਡ ਦੇ, ਹੁਣ ਤੇ ਜੂਆ ਖੇਡਣਾ ਛੱਡ ਦੇ ਨਾ। ਉਹ ਇੱਕ ਢੀਠ ਗੁਣ ਹੋ ਗਿਆ ਦੂਸਰਾ। ਲੇਕਿਨ ਇੱਕ ਢੀਠ ਗੁਣ ਹੈ ਚੰਗਿਆਈ ਵਾਲਾ, ਚੰਗੇ ਆਚਰਣ, ਐਸੇ ਪੱਕੇ ਆਪਣੇ ਆਪ ਨੂੰ ਦ੍ਰਿੜ ਕੀਤਾ ਹੋਇਆ ਕਿ ਹਾਂ ਜੀ ਮੈਂ ਬਿਲਕੁਲ ਅੱਤ ਦਾ ਢੀਠ ਹਾਂ, ਬਈ ਮੈਨੂੰ ਅਗਰ ਨਿਤਨੇਮ ਕਰਨਾ ਤੇ ਕਰਨਾ। ਅਗਰ ਇਹ ਅਗਰ ਢੀਠ ਗੁਣ ਹੈ ਤੇ ਇਹ ਚੰਗਾ ਹੈ ਜਾਂ ਮਾੜਾ? ਇਹ ਚੰਗਾ ਹੈ ਨਾ। ਕਿ ਮੈਨੂੰ ਝੂਠ ਨਹੀਂ ਬੋਲਣਾ ਹੈ ਨਾ, ਕਿ ਮੈਂ ਇਸ ਚੀਜ਼ ਦਾ ਢੀਠ ਹੋਣਾ ਹੈ, ਤੇ ਮੈਂ ਨਿੰਦਾ ਚੁਗਲੀਆਂ ਨਹੀਂ ਕਰਨੀ, ਆਪਣੇ ਆਪ ਨੂੰ ਪੱਕਾ ਬੰਦ ਕਰਨਾ ਹੈ ਨਾ। ਤੇ ਲੇਕਿਨ ਜੋ ਪਰਮਾਤਮਾ ਹੈ ਉਹਦੇ ਜਿਹੜੇ ਜਿੰਨੇ ਵੀ ਕਰਮ ਹਨ ਨਾ, ਉਹ ਬਹੁਤ ਜ਼ਿਆਦਾ ਕਹਿ ਸਕਦੇ ਆ ਕਿ ਢੀਠ ਵਾਲੇ ਕਰਮ ਆ, ਵੀ ਇਹ ਕਰਨਾ ਤੇ ਕਰਨਾ ਹੀ ਹੈ। ਤੇ ਇਹ ਕੀ ਹੋ ਸਕਦਾ? ਇਹਦੇ ਨਾਲ ਇੱਕ ਝਲਕ ਕੀ ਬਣਦੀ ਹੈ, ਇੱਕ ਸਾਹਸੀ ਬੰਦੇ, ਇੱਕ ਦਲੇਰੀ ਦੀ ਝਲਕ ਬਣਦੀ ਹੈ। ਯਾਨੀ ਕਿ ਜੋ ਪਰਮਾਤਮਾ ਹੈ ਨਾ, ਉਹਦਾ ਜਿਹੜਾ ਵੀ ਕਰਮ ਹੈ ਅਸੀਂ ਭਾਵ ਲੈ ਸਕਦੇ ਹਾਂ, ਬੜਾ ਹੀ ਬਹੁਤ ਹੀ ਜ਼ਿਆਦਾ ਦਲੇਰੀ ਵਾਲੇ ਕਰਮ ਹੈ ਨਾ। ਉਹਦੇ ਜਿੰਨੇ ਵੀ ਕਰਮ ਠੋਕ ਵਜਾ ਕੇ ਕਰਦੇ ਆ ਸਾਰਾ ਕੁਝ ਜੋ ਵੀ ਪਰਮਾਤਮਾ ਕਰਦਾ ਹੈ। ਤੇ ਅਣ ਬ੍ਰਣ ਅਨੰਤ, ਬ੍ਰਣ ਹੋ ਗਿਆ ਜ਼ਖਮ, ਚੋਟ, ਲੇਕਿਨ ਅਣ ਬ੍ਰਣ ਹੋ ਗਿਆ ਚੋਟ ਤੋਂ ਰਹਿਤ। ਯਾਨੀ ਕਿ ਪਰਮਾਤਮਾ ਜਿਹੜਾ ਹੈ ਉਸ ਨੂੰ ਕੋਈ ਚੋਟ ਨਹੀਂ ਪਹੁੰਚਾ ਸਕਦਾ, ਉਸ ਨੂੰ ਕੋਈ ਹਰਟ ਨਹੀਂ ਕਰ ਸਕਦਾ। ਤੇ ਅਨੰਤ ਜਿਹਦਾ ਕੋਈ ਅੰਤ ਨਹੀਂ ਪਾਇਆ ਅਸੀਂ ਪਾ ਸਕਦੇ, ਐਂਡਲੈਸ ਪਰਮਾਤਮਾ ਜਿਹੜਾ ਹੈ ਉਹ ਅੰਤ ਤੋਂ ਰਹਿਤ ਹੈ। ਦਾਤਾ ਮਹੰਤ, ਪਰ ਦਾਤਾ ਤੇ ਹੈ ਪਰ ਮਹੰਤ ਵੀ ਹੈ। ਮਹੰਤ ਸ਼ਬਦ ਪਹਿਲਾਂ ਵੀ ਆਇਆ ਸੀਗਾ। ਮਹੰਤ ਹੋ ਗਿਆ ਵੱਡਾ, ਸਭ ਤੋਂ ਵੱਡਾ, ਜੋ ਸਭ ਤੋਂ ਵੱਡਾ ਦਾਤਾ ਨੂੰ ਕਹਿ ਸਕਦੇ ਹਾਂ ਦਾਤਾ ਮਹੰਤ, ਯਾਨੀ ਕਿ ਸਭ ਤੋਂ ਵੱਡਾ ਦਾਤਾ ਉਹ ਆਪ ਅਕਾਲ ਪੁਰਖ ਪਰਮਾਤਮਾ ਹੈ। ਸੋ ਇਹ ਹਾਜ਼ਰੀ ਜਿਹੜੀ ਹੈ ਇਹਨੂੰ ਤੁਸੀਂ ਪ੍ਰਵਾਨ ਕਰ ਲੈਣੀ ਜੀ। ਅਗਰ ਕਿਸੇ ਦਾ ਕੋਈ ਸਵਾਲ ਜਵਾਬ ਹੋਏ ਉਹ ਬਿਲਕੁਲ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਆ। ਤੇ ਬਾਕੀ ਅਗਰ ਆਪ ਜੀ ਦਾ ਵਿਚਾਰ ਹੋਵੇ ਕਿ ਹਾਂਜੀ ਅਸੀਂ ਕਹਿ ਸਕਦੇ ਹਾਂ ਬਈ ਜਪਜੀ ਸਾਹਿਬ ਦੇ ਬਾਰੇ ਵੀ ਜਿਹੜੀ ਵਿਚਾਰਾਂ ਹੋਈਆਂ ਹਨ ਉਹ ਸੁਣਨੀਆਂ ਹਨ, ਜਾਂ ਫਿਰ ਜਾਪ ਸਾਹਿਬ ਦੀ ਵੀ ਕਹਿ ਸਕਦੇ ਹਾਂ ਵੀ ਵਿਚਾਰਾਂ ਜਿਹੜੀਆਂ ਹਨ ਉਹ ਤੁਸੀਂ ਸੁਣਨਾ ਚਾਹੁੰਦੇ ਹੋ, ਜਾਪ ਸਾਹਿਬ ਦੀ ਵਿਚਾਰ, ਜਪਜੀ ਸਾਹਿਬ ਦੀ ਵਿਚਾਰ, ਜੋ ਵੀ ਤੁਹਾਡਾ ਮਨ ਹੋਏ। ਤੇ ਪਲੇਲਿਸਟ ਤੁਹਾਡੇ ਸਾਹਮਣੇ, ਇਸ ਤੇ ਜਸਟ ਆਪ ਜੀ ਨੂੰ ਕਲਿੱਕ ਕਰਨਾ ਹੈ ਤੇ ਸਾਰੀ ਲਾਈਨ ਵਾਈਜ਼ ਖੁੱਲ ਜਾਏਗੀ, ਤੇ ਆਪ ਜੀ ਬਿਲਕੁਲ ਆਪਣਾ ਸਮਾਂ ਕੱਢ ਕੇ, ਕੀਮਤੀ ਸਮਾਂ ਕੱਢ ਕੇ ਲਾਹਾ ਲੈ ਸਕਦੇ ਹੋ ਜੀ। ਸਭ ਦਾ ਦਿਲੋਂ ਧੰਨਵਾਦ। ਫਤਿਹ ਬੁਲਾ ਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।